ਗੁੱਡ ਈਵਨਿੰਗ ਸਟੂਡੈਂਟਸ। ਅੱਜ ਫਿਰ ਤੁਹਾਡੇ ਲਈ 15 ਕੁਐਸਚਨ ਲੈ ਕੇ ਹਾਜ਼ਰ ਹਾਂ। ਇਸ ਕੁਇਜ਼ 'ਚ ਤੁਸੀਂ ਕੀ ਕਰਨਾ ਹੈ, ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਕਾਗਜ਼ 'ਤੇ ਲਿਖ ਲੈਣੇ ਹੈ। ਕਾਗਜ਼ 'ਤੇ ਲਿਖ ਕੇ ਪਿਕ ਖਿੱਚਣੀ ਹੈ ਅਤੇ ਉਹ ਆਨਸਰ ਜਿਹੜੇ ਹੈ ਮੇਰੇ ਪਰਸਨਲ ਨੰਬਰ 'ਤੇ ਸੈਂਡ ਕਰ ਦੇਣੇ। ਮੇਰਾ ਪਰਸਨਲ ਨੰਬਰ ਕਿੱਥੇ ਹੈ? ਮੇਰਾ ਪਰਸਨਲ ਨੰਬਰ ਪਿਆ ਚੈਟ ਬਾਕਸ 'ਚ ਅਤੇ ਕਮੈਂਟ ਬਾਕਸ 'ਚ। ਕਿਤੋਂ ਵੀ ਤੁਸੀਂ ਨੰਬਰ ਲਓ ਅਤੇ ਉਸ ਨੰਬਰ 'ਤੇ ਵਟਸਐਪ ਕਰ ਦਿਓ ਆਪਣੇ ਆਨਸਰਸ। ਪ੍ਰਾਈਜ਼ ਕਿੰਨਾ ਬੱਚਿਆਂ ਨੂੰ ਮਿਲਣੇ ਹੈ? ਪ੍ਰਾਈਜ਼ ਉਹਨਾਂ ਬੱਚਿਆਂ ਨੂੰ ਮਿਲਣਗੇ ਜੋ ਰੈਗੂਲਰ NTSC ਪੈਕੇਜ ਦੇ ਖਤਮ ਹੋਣ ਤੱਕ ਡੇਲੀ ਆਨਸਰ ਭੇਜਦੇ ਰਹਿਣਗੇ ਅਤੇ ਡੇਲੀ ਵਿਨਰਸ ਰਹਿਣਗੇ। ਮੈਂ ਕੰਸੀਡਰ ਕਰੂੰਗਾ ਪਹਿਲੇ 3 ਨੰਬਰ 'ਤੇ ਆਉਣ ਵਾਲੇ ਬੱਚਿਆਂ ਨੂੰ, ਪਰ ਬਾਕੀ ਬੱਚਿਆਂ ਨੂੰ ਵੀ ਕੰਸੋਲੇਸ਼ਨ ਪ੍ਰਾਈਜ਼ ਹੋ ਸਕਦਾ ਮੈਂ ਭੇਜਾਂ। ਅਤੇ ਇਸ ਕਰਕੇ ਹੋ ਜਾਓ ਰੈਡੀ ਅਤੇ ਭੇਜੋ ਆਪਣੇ ਆਨਸਰਸ। ਪਰ ਇੱਕ ਗੱਲ ਹੋਰ ਹੈ, ਜਿਹੜੇ ਬੱਚੇ ਕੁਇਜ਼ ਵਿੱਚ YouTube ਤੋਂ ਜੁੜ ਰਹੇ ਹੈ, YouTube ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਪਿਆ, ਉਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਕੁਇਜ਼ ਵਾਲੇ ਗਰੁੱਪ ਵਿੱਚ ਜੁਆਇਨ ਹੋਣਗੇ, ਆਪਣੀ ਇੰਟਰੋਡਕਸ਼ਨ ਦੇਣਗੇ, ਉਸ ਤੋਂ ਬਾਅਦ ਉਹ ਰੈਗੂਲਰ ਇਸ ਕੁਇਜ਼ ਦਾ ਹਿੱਸਾ ਬਣ ਜਾਣਗੇ। ਅਤੇ ਇਸ ਕੁਇਜ਼ ਵਿੱਚ ਬੋਨਸ ਪੁਆਇੰਟ ਵੀ ਮਿਲਦੇ ਹੈ, ਤੁਹਾਨੂੰ ਪਤਾ? ਹਾਂ, ਪਤਾ ਹੀ ਹੈ ਸਾਰਿਆਂ ਨੂੰ ਜਿਹੜੇ ਪਹਿਲਾਂ ਖੇਡਦੇ ਆ ਰਹੇ ਆ। ਜਿਹੜੇ ਬੱਚੇ ਘੰਟੇ ਬਾਅਦ ਪ੍ਰਸਾਰਿਤ ਹੋਣ ਵਾਲੀ ਸੋਲਡ ਕੁਇਜ਼ ਤੋਂ ਆਪਣੇ ਆਨਸਰ ਮਿਲਾ ਕੇ ਦੁਬਾਰਾ ਉਸੇ ਸ਼ੀਟ ਨੂੰ ਗਰੁੱਪ ਵਿੱਚ ਸੈਂਡ ਕਰਨਗੇ, ਉਦੋਂ ਗਰੁੱਪ ਵਿੱਚ ਸੈਂਡ ਕਰਨਾ, ਗਰੁੱਪ ਵਿੱਚ ਸੈਂਡ ਕਰਨਗੇ ਤਾਂ ਫਿਰ ਮੈਕਸੀਮਮ ਮਾਰਕਸ ਲੈਣ ਵਾਲੇ ਇਮਾਨਦਾਰ ਬੱਚੇ ਜਿਹੜੇ ਹੈ ਉਹ ਟੌਪ 'ਤੇ ਆਉਣਗੇ। ਠੀਕ ਹੈ ਬੇਟਾ, ਹੋ ਜਾਓ ਤਿਆਰ, ਖੇਡੀਏ ਅੱਜ ਦੀ ਕੁਇਜ਼। ਅੱਜ ਦਾ ਟੌਪਿਕ ਹੈ ਬੇਟਾ ਭਾਰਤੀ ਨਾਗਰਿਕਾਂ ਨੂੰ ਮਿਲਣ ਵਾਲੇ ਮੌਲਿਕ ਅਧਿਕਾਰਾਂ ਦਾ ਵਰਗੀਕਰਨ। ਇਹ ਟੌਪਿਕ ਵਿਸਤ੍ਰਿਤ ਹੋਣ ਕਰਕੇ ਇਸ ਦਾ ਪਹਿਲਾ ਹਿੱਸਾ ਅੱਜ ਆ ਰਿਹਾ ਅਤੇ ਉਸ ਤੋਂ ਅਗਲਾ ਹਿੱਸਾ ਕੱਲ੍ਹ ਆਵੇਗਾ, ਯਾਨੀ ਇਸ ਟੌਪਿਕ ਵਿੱਚੋਂ 2 ਦਿਨ ਕੁਇਜ਼ ਹੋਵੇਗੀ। ਚਲੋ ਸ਼ੁਰੂ ਕਰੀਏ ਫਿਰ। ਪਹਿਲਾ ਸਵਾਲ ਹੈ, ਕਿਸ ਸਾਲ 44ਵੀਂ ਸੰਵਿਧਾਨਕ ਸੋਧ ਦਾ ਕਾਨੂੰਨ ਪਾਸ ਕੀਤਾ ਗਿਆ? ਇਨ ਵਿਚ ਈਅਰ ਵਾਜ਼ ਦਾ 44th Constitutional Amendment Act passed? ਸਵਾਲ ਹੈ, ਕਿਸ ਸਾਲ 44ਵੀਂ ਸੰਵਿਧਾਨਕ ਸੋਧ ਦਾ ਕਾਨੂੰਨ ਪਾਸ ਕੀਤਾ ਗਿਆ? ਇਸ ਦੇ ਆਪਸ਼ਨਸ ਹਨ A 1968, B 1978, C 1988 ਜਾਂ D 1998। ਪੰਜਾਬੀ ਵਿੱਚ A 1968, B 1978, C 1988 ਜਾਂ D 1998। ਹਾਂ ਬੇਟਾ, ਤੁਸੀਂ ਖਾਲੀ ਸਥਾਨ ਭਰਨਾ ਹੈ। ਸੰਪਤੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਲਿਆ ਗਿਆ ਸੀ ਅਤੇ ਇਸ ਨੂੰ ਇੱਕ ਨਵੇਂ ਡੈਸ਼ ਵਿੱਚ ਰੱਖਿਆ ਗਿਆ ਸੀ। ਤੁਸੀਂ ਆਰਟੀਕਲ ਦੱਸਣਾ। ਇੱਕ ਸਧਾਰਨ ਕਾਨੂੰਨੀ ਅਧਿਕਾਰ ਦੇ ਤੌਰ 'ਤੇ ਇਸ ਨੂੰ ਡੈਸ਼ ਵਿੱਚ ਰੱਖਿਆ ਗਿਆ ਸੀ। ਇਨ ਇੰਗਲਿਸ਼, ਰਾਈਟ ਟੂ ਪ੍ਰੋਪਰਟੀ ਵਾਜ਼ ਟੇਕਨ ਅਵੇ ਫਰੋਮ ਦਾ ਲਿਸਟ ਆਫ ਫੰਡਾਮੈਂਟਲ ਰਾਈਟਸ and placed in a new dash as an ordinary legal right। ਪੰਜਾਬੀ 'ਚ ਦੁਹਰਾਉਂਦਾ ਹਾਂ, ਸੰਪਤੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਲਿਆ ਗਿਆ ਸੀ ਅਤੇ ਇਸ ਨੂੰ ਇੱਕ ਨਵੇਂ ਡੈਸ਼ ਵਿੱਚ, ਆਰਟੀਕਲ ਦੱਸਣਾ, ਇੱਕ ਸਧਾਰਨ ਕਾਨੂੰਨੀ ਅਧਿਕਾਰ ਦੇ ਤੌਰ 'ਤੇ ਰੱਖ ਦਿੱਤਾ ਗਿਆ ਸੀ। ਆਪਸ਼ਨਸ ਆਰ A Article 100A, B Article 200A, C Article 300A or D Article 400A। ਪੰਜਾਬੀ ਵਿੱਚ ਅਨੁਛੇਦ 100A, B ਅਨੁਛੇਦ 200A, C ਅਨੁਛੇਦ 300A ਜਾਂ D ਅਨੁਛੇਦ 400A। ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਸਿੱਖਿਆ ਦਾ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਇੱਕ ਮੌਲਿਕ ਅਧਿਕਾਰ ਦੇ ਤੌਰ 'ਤੇ ਦਿੱਤਾ ਗਿਆ ਹੈ? ਅੰਡਰ ਵਿਚ ਆਰਟੀਕਲ ਇਜ਼ ਦਾ ਰਾਈਟ ਟੂ ਐਜੂਕੇਸ਼ਨ ਪ੍ਰੋਵਾਈਡਡ ਇਨ ਦੀ ਇੰਡੀਅਨ ਕੌਨਸਟੀਟਿਊਸ਼ਨ ਐਜ਼ ਅ ਫੰਡਾਮੈਂਟਲ ਰਾਈਟ? ਸਿੱਖਿਆ ਦੇ ਅਧਿਕਾਰ ਨੂੰ ਕਿਸ ਅਨੁਛੇਦ ਦੇ ਅਧੀਨ
ਮੌਲਿਕ ਅਧਿਕਾਰ ਦੇ ਰੂਪ ਵਿੱਚ ਭਾਰਤੀ ਸੰਵਿਧਾਨ ਵਿੱਚ ਦਿੱਤਾ ਗਿਆ ਹੈ। ਇਸ ਦੇ ਆਪਸ਼ਨਸ ਹਨ A ਆਰਟੀਕਲ 21A, B ਆਰਟੀਕਲ 31A, C ਆਰਟੀਕਲ 41A ਔਰ D ਆਰਟੀਕਲ 51A। ਪੰਜਾਬੀ ਵਿੱਚ A ਅਨੁਛੇਦ 21A, B ਅਨੁਛੇਦ 31A, C ਅਨੁਛੇਦ 41A ਔਰ D ਅਨੁਛੇਦ 51A। ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 29 ਅਤੇ 30 ਵਿੱਚ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 29 to 30 of the Indian Constitution? ਭਾਰਤੀ ਸੰਵਿਧਾਨ ਵਿੱਚ ਅਨੁਛੇਦ 29 ਤੋਂ 30 ਦੇ ਵਿੱਚ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A right to constitutional remedies, B right to freedom of religion, C cultural and educational rights or D none of these। ਪੰਜਾਬੀ ਵਿੱਚ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, B ਧਾਰਮਿਕ ਸੁਤੰਤਰਤਾ ਦਾ ਅਧਿਕਾਰ, C ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਗਲਾ ਸਵਾਲ ਹੈ, ਭਾਰਤੀ ਸੰਵਿਧਾਨ ਦੇ ਅਨੁਛੇਦ 32 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 32 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 32 ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A right to constitutional remedies, B right to freedom of religion, C cultural and educational rights or D none of these। ਪੰਜਾਬੀ ਵਿੱਚ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, B ਧਾਰਮਿਕ ਸੁਤੰਤਰਤਾ ਦਾ ਅਧਿਕਾਰ, C ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਗਲਾ ਪ੍ਰਸ਼ਨ ਫੇਰ ਅਧਿਕਾਰਾਂ ਬਾਰੇ ਹੀ ਹੈ ਬੇਟਾ, ਭਾਰਤੀ ਸੰਵਿਧਾਨ ਦੇ 25 ਤੋਂ 28 ਅਨੁਛੇਦ ਅਧੀਨ ਕਿਹੜਾ ਮੌਲਿਕ ਅਧਿਕਾਰ ਦਿੱਤਾ ਗਿਆ ਹੈ? Which fundamental right is provided under Article 25 to 28 of the Indian Constitution? ਭਾਰਤੀ ਸੰਵਿਧਾਨ ਦੇ 25 ਤੋਂ 28 ਅਨੁਛੇਦਾਂ ਅਧੀਨ ਕਿਹੜੇ ਮੌਲਿਕ ਅਧਿਕਾਰ ਨੂੰ ਪ੍ਰਦਾਨ ਕੀਤਾ ਗਿਆ ਹੈ? Options are A right to constitutional remedies, B right to freedom of religion, C cultural and educational rights or D none of these। ਪੰਜਾਬੀ ਵਿੱਚ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, B ਧਾਰਮਿਕ ਸੁਤੰਤਰਤਾ ਦਾ ਅਧਿਕਾਰ, C ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 19 to 22 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A right to equality, B right against exploitation, C right to freedom or D none of these। ਪੰਜਾਬੀ ਵਿੱਚ A ਸਮਾਨਤਾ ਦਾ ਅਧਿਕਾਰ, B
ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੀ ਸੁਤੰਤਰਤਾ ਦਾ ਅਧਿਕਾਰ, ਜਾਂ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 18 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? In English, which fundamental right is provided under Article 14 to 18 of the Indian Constitution? ਦੁਹਰਾਉਂਦਾ ਹਾਂ, ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 18 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to equality, B. Right against exploitation, C. Right to freedom, or D. None of these। ਪੰਜਾਬੀ ਵਿੱਚ A. ਸਮਾਨਤਾ ਦਾ ਅਧਿਕਾਰ, B. ਸ਼ੋਸ਼ਣ ਦੇ ਵਿਰੁੱਧ ਅਧਿਕਾਰ, C. ਸੁਤੰਤਰਤਾ ਦਾ ਅਧਿਕਾਰ, ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 23 ਅਤੇ 24 ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 23 to 24 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 23 ਤੋਂ 24 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to equality, B. Right against exploitation, C. Right to freedom, or D. None of these। ਪੰਜਾਬੀ ਵਿੱਚ A. ਸਮਾਨਤਾ ਦਾ ਅਧਿਕਾਰ, B. ਸ਼ੋਸ਼ਣ ਦੇ ਵਿਰੁੱਧ ਅਧਿਕਾਰ, C. ਸੁਤੰਤਰਤਾ ਦਾ ਅਧਿਕਾਰ, ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਧਰਮ, ਨਸਲ, ਜਾਤੀ, ਜਨਮ ਸਥਾਨ ਆਦਿ ਦੇ ਆਧਾਰ 'ਤੇ ਹਰ ਤਰ੍ਹਾਂ ਦੇ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ? ਅੰਡਰ ਵਿਚ ਆਰਟੀਕਲ ਇਜ਼ ਦ ਪ੍ਰੋਹਿਬਿਸ਼ਨ ਆਫ ਐਵਰੀ ਟਾਈਪ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, place of birth etc. is given। ਦੁਹਰਾਉਂਦਾ ਹਾਂ, ਕਿਸ ਅਨੁਛੇਦ ਦੇ ਅਧੀਨ ਧਰਮ, ਜਾਤੀ, ਨਸਲ, ਜਨਮ ਸਥਾਨ ਆਦਿ ਦੇ ਆਧਾਰ 'ਤੇ ਹਰ ਤਰ੍ਹਾਂ ਦੇ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ? Options are A. Article 14, B. Article 15, C. Article 16, or D. Article 17। ਪੰਜਾਬੀ ਵਿੱਚ A. Article 14, B. Article 15, C. Article 16, ਜਾਂ D. Article 17। ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਦਿੱਤੀ ਗਈ ਹੈ? Under which article are the citizen given equality before law? ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਜਾਂ ਬਰਾਬਰੀ ਦਿੱਤੀ ਗਈ ਹੈ? Options are A. Article 14, B. Article 15, C. Article 16, or D. Article 17। ਪੰਜਾਬੀ ਵਿੱਚ A. ਆਰਟੀਕਲ 14, B. ਆਰਟੀਕਲ 15, C. ਆਰਟੀਕਲ 16, ਜਾਂ D. ਆਰਟੀਕਲ 17। ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਅਵਸਰ ਦੀ ਸਮਾਨਤਾ ਦਿੱਤੀ ਗਈ ਹੈ? ਅੰਡਰ ਵਿਚ ਆਰਟੀਕਲ ਆਰ ਦ ਸਿਟੀਜ਼ਨਸ ਗਿਵਨ ਇਕੁਐਲਿਟੀ ਆਫ ਓਪਰਚੁਨਿਟੀ? ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਅਵਸਰ ਦੀ ਸਮਾਨਤਾ ਦਿੱਤੀ ਗਈ ਹੈ?
ऑप्शंस आर ए आर्टिकल 14, बी आर्टिकल 15, सी आर्टिकल 16 और डी आर्टिकल 17। पंजाबी विच ए आर्टिकल 14, बी आर्टिकल 15, सी आर्टिकल 16 या डी आर्टिकल 17। अगला प्रश्न है बेटा, किस अनुच्छेद के अधीन छूआछूत की बुराई खत्म कर दी गई है? अंडर विच आर्टिकल इज द ईवल ऑफ अनटचेबिलिटी अबॉलिश्ड? किस अनुच्छेद के अधीन छूआछूत की बीमारी या बुराई खत्म कर दी गई है? ऑप्शंस आर ए आर्टिकल 14, बी आर्टिकल 15, सी आर्टिकल 16 और डी आर्टिकल 17। पंजाबी विच ए आर्टिकल 14, बी आर्टिकल 15, सी आर्टिकल 16 या डी आर्टिकल 17। अगला प्रश्न है बेटा, किस अनुच्छेद के अधीन उपाधियां का खात्मा कर दिता गया है? अंडर विच आर्टिकल आर द टाइटल्स अबॉलिश्ड? किस अनुच्छेद के अधीन उपाधियां का खात्मा कर दिता गया है? ऑप्शंस आर ए आर्टिकल 18, बी आर्टिकल 19, सी आर्टिकल 16 और डी आर्टिकल 17। ध्यान देना, ए अनुच्छेद 18, बी अनुच्छेद 19, सी अनुच्छेद 16 या डी अनुच्छेद 17। अगला प्रश्न है बेटा, भारत रत्न, पद्म विभूषण, पद्म भूषण ਅਤੇ ਪਦਮ ਸ਼੍ਰੀ ਵਰਗੇ ਸਨਮਾਨ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀਆਂ ਵਿਲੱਖਣ ਉਪਲਬਧੀਆਂ ਦੇ ਬਦਲੇ ਕੌਣ ਪ੍ਰਦਾਨ ਕਰ ਸਕਦਾ ਹੈ? Who can give national honor awards like Bharat Ratna, Padam Vibhushan, Padam Bhushan and Padam Shri to any Indian for his or her remarkable achievements? ਦੁਹਰਾਉਂਦਾ ਹਾਂ, ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਜਿਹੇ ਸਨਮਾਨ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀ ਵਿਲੱਖਣ ਉਪਲਬਧੀਆਂ ਬਦਲੇ ਕੌਣ ਪ੍ਰਦਾਨ ਕਰ ਸਕਦਾ ਹੈ? ऑप्शंस आर ए प्रेसिडेंट ऑफ इंडिया, बी वाइस प्रेसिडेंट ऑफ इंडिया, सी प्राइम मिनिस्टर ऑफ इंडिया और डी चीफ ऑफ आर्म्ड फोर्सेस। आई रिपीट, ए भारत के राष्ट्रपति, बी भारत के उप राष्ट्रपति, सी भारत के प्रधानमंत्री या डी सशस्त्र बलों के मुखी। ओके बेटा, मेरा काम खत्म, हुण तुहाडा काम शुरू। फटाफट अपने आंसर जिहड़े है दिते हुए नंबर ते भेज दिओ। नंबर कित्थे दिता होया है? चैट बॉक्स ते कमेंट बॉक्स विच। बेटा एक होर चीज़, अगला टॉपिक जिहड़ा अपना फंडामेंटल राइट्स दा क्लासीफिकेशन, यानी फंडामेंटल राइट्स जिहड़े है मौलिक अधिकार उन्हां दा वर्गीकरण। ये लैसन की तैयारी लई लिंक जिहड़ा है डिस्क्रिप्शन बॉक्स विच पिया। डिस्क्रिप्शन बॉक्स में जाओ, लिंक क्लिक करो तो वीडियो देखो ताकि कल की तैयारी कर सको। थैंक यू बेटा, बाय बाय।